ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਹਨ ਰੀਅਲ ਅਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਅਸਟੇਟ ਦੀ ਦੁਨੀਆ 'ਚ ਮੰਨਿਆ ਪਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਟਰੰਪ ਸਮੇਤ ਜਿਨ੍ਹਾਂ ਮੁਸਲਿਮ ਦੇਸ਼ਾਂ ਦੇ ਲੋਕਾਂ ਨੂੰ ਵੀਜ਼ਾ ਤੋਂ ਇਨਕਾਰ ਕੀਤਾ ਸੀ, ਉਹ ਦੁਬਾਰਾ ਅਰਜ਼ੀਆਂ ਦੇ ਸਕਦੇ ਨੇ। ਅਮਰੀਕਨ ਸਿੱਖ ਕਾਕਸ ਕਮੇਟੀ ਵੱਲੋਂ ਔਰਤਾਂ ਵਾਸਤੇ ਕਰਵਾਇਆ ਅੰਤਰਰਾਸ਼ਟਰੀ ਪੱਧਰ ਦਾ ਵੈਬੀਨਾਰ। ਐਲਕ ਗਰੋਵ 'ਚ ਬਣੇਗਾ $400 ਮਿਲੀਅਨ ਪ੍ਰੋਜੈਕਟ ਦਾ ਕੈਸੀਨੋ। H4 ਵੀਜ਼ੇ ਦੇ ਨਵੀਨੀਕਰਨ 'ਚ ਕੀਤੀ ਜਾ ਰਹੀ ਗੈਰ ਜ਼ਰੂਰੀ ਦੇਰੀ। ਬਾਈਡਨ ਪ੍ਰਸ਼ਾਸਨ ਅਮਰੀਕਾ ਵਿੱਚ ਰਹਿੰਦੇ ਵੈਨਜ਼ੂਏਲਾ ਦੇ ਤਕਰੀਬਨ 3 ਲੱਖ ਪ੍ਰਵਾਸੀਆਂ ਨੂੰ ਕਰੇਗਾ ਅਸਥਾਈ ਕਾਨੂੰਨੀ ਦਰਜੇ ਦੀ ਪੇਸ਼ਕਸ਼। ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਆਪਣਾ ਅਹੁਦਾ ਸੰਭਾਲਦੇ ਹੀ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਫੈਸਲੇ ਨੂੰ ਰੱਦ ਕਰ ਦਿੱਤਾ ਜਿਸ ਤਹਿਤ 13 ਤੋਂ ਜ਼ਿਆਦਾ ਮੁਸਲਿਮ ਤੇ ਅਫਰੀਕੀ ਦੇਸ਼ਾਂ ਤੇ ਵੀਜ਼ਾ ਪਾਬੰਦੀਆਂ ਸਨ ਤੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਨੇਡ ਪ੍ਰਾਈਸ ਨੇ ਕਿਹਾ ਕਿ ਉਹਨਾਂ ਸਾਰੇ ਬਿਨੇਕਾਰਾਂ ਜਿਨ੍ਹਾਂ ਨੂੰ 20 ਜਨਵਰੀ 2020 ਤੋਂ ਪਹਿਲਾਂ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਉਹਨਾਂ ਨੂੰ ਨਵੀਆਂ ਅਰਜ਼ੀਆਂ ਜਮ੍ਹਾਂ ਕਰਵਾਉਣੀਆਂ ਚਾਹੀਦੀਆਂ ਹਨ ਤੇ ਨਵੀਂ ਅਰਜ਼ੀ ਫੀਸ ਜਮ੍ਹਾਂ ਕਰਨੀ ਚਾਹੀਦੀ ਹੈ। ਪ੍ਰਾਈਸ ਨੇ ਕਿਹਾ ਕਿ ਜਿਨ੍ਹਾਂ ਨੂੰ 20 ਜਨਵਰੀ 2020 ਨੂੰ ਜਾਂ ਇਸ ਤੋਂ ਬਾਅਦ ਵੀਜ਼ਾ ਤੋਂ ਇਨਕਾਰ ਕੀਤਾ ਗਿਆ, ਉਹ ਆਪਣੇ ਬਿਨੇ ਪੱਤਰਾਂ ਨੂੰ ਦੁਬਾਰਾ ਜਮ੍ਹਾਂ ਕੀਤੇ ਬਗੈਰ ਵਿਚਾਰ ਵਟਾਂਦਰੇ ਦੀ ਮੰਗ ਕਰ ਸਕਦੇ ਨੇ ਤੇ ਉਹਨਾਂ ਨੂੰ ਵਾਧੂ ਫੀਸ ਨਹੀਂ ਅਦਾ ਕਰਨੀ ਪਵੇਗੀ। ਅਮਰੀਕੀ ਸੁਪਰੀਮ ਕੋਰਟ ਵੱਲੋਂ ਦਸੰਬਰ 2017 ਤੋਂ ਬਾਅਦ ਅਸਲ ਯਾਤਰਾ ਪਾਬੰਦੀ ਦੇ ਇੱਕ ਸੋਧੇ ਹੋਏ ਸੰਸਕਰਨ ਨੂੰ ਬਰਕਰਾਰ ਰੱਖਣ ਤੋਂ ਬਾਅਦ ਵਿਦੇਸ਼ ਵਿਭਾਗ ਦੇ ਅੰਕੜਿਆਂ ਦੇ ਅਨੁਸਾਰ ਲਗਭਗ 40,000 ਲੋਕਾਂ ਨੂੰ ਇਸ ਪਾਬੰਦੀ ਦੇ ਤਹਿਤ ਸੰਯੁਕਤ ਰਾਜ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਸੀ। ਟਰੰਪ ਪ੍ਰਸ਼ਾਸਨ ਨੇ ਵੀਜ਼ਾ ਪਾਬੰਦੀ ਦੀ ਸੂਚੀ 'ਚ ਮਿਆਂਮਾਰ, ਅਰੀਟਰੀਆ, ਈਰਾਨ, ਕਿਰਗਿਸਤਾਨ, ਲੀਬੀਆ, ਨਾਈਜੀਰੀਆ, ਉੱਤਰੀ ਕੋਰੀਆ, ਸੋਮਾਲੀਆ, ਸੁਡਾਨ, ਸੀਰੀਆ, ਤੰਜ਼ਾਨੀਆ, ਵੈਨਜ਼ੂਏਲਾ ਤੇ ਯਮਨ ਸ਼ਾਮਲ ਸਨ। ਅਮਰੀਕੀ ਸਿੱਖ ਕਾਕਸ ਕਮੇਟੀ ਵੱਲੋਂ ਔਰਤਾਂ ਦਾ ਅੰਤਰਰਾਸ਼ਟਰੀ ਦਿਵਸ ਮਨਾਉਣ ਲਈ ਇੱਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਸੰਯੁਕਤ ਰਾਸ਼ਟਰ ਸੰਘ ਦੀ ਗਲੋਬਲ ਸਟੀਅਰਿੰਗ ਕਮੇਟੀ ਦੇ ਮੈਂਬਰ ਡਾਕਟਰ ਇਕਤਦਾਰ ਚੀਮਾ ਨੇ ਇਸ ਵੈਬੀਨਾਰ ਨੂੰ ਬੜੇ ਸੁਚਾਰੂ ਢੰਗ ਨਾਲ ਚਲਾਇਆ ਤੇ ਨਾਲ-ਨਾਲ ਔਰਤਾਂ ਦੀ ਆਜ਼ਾਦੀ, ਬਰਾਬਰਤਾ ਅਤੇ ਹਰ ਖੇਤਰ ਵਿੱਚ ਉਹਨਾਂ ਵੱਲੋਂ ਕੀਤੀਆਂ ਗਈਆਂ ਤਰੱਕੀਆਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਦੁਨੀਆ ਦੇ ਵੱਡੇ ਧਰਮਾਂ ਕ੍ਰਿਸਚਨ, ਇਸਲਾਮ, ਜੂਡਿਜ਼ਮ ਨੇ ਔਰਤਾਂ ਦੀ ਭਲਾਈ ਬਾਰੇ ਕਾਫੀ ਧਿਆਨ ਦਿੱਤਾ ਹੈ, ਪਰ ਗੁਰੂ ਨਾਨਕ ਸਾਹਿਬ ਦੀ ਆਮਦ ਤੋਂ ਬਾਅਦ ਔਰਤਾਂ ਉੱਪਰ ਹੋ ਰਹੇ ਜ਼ੁਲਮ ਤੇ ਠੱਲ ਪਾਉਣ ਨੂੰ ਵੱਡਾ ਕਦਮ ਦੱਸਿਆ। ਉਹਨਾਂ ਨੇ ਕਿਹਾ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਔਰਤਾਂ ਨੂੰ ਬਰਾਬਰਤਾ ਦਾ ਦਰਜਾ ਦਿੱਤਾ ਤੇ ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਸਿੱਖਾਂ ਦੇ ਤੀਜੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਨੇ ਮੁਗਲ ਬਾਦਸ਼ਾਹ ਨੂੰ ਕਹਿ ਕੇ ਸਤੀ ਪ੍ਰਥਾ ਨੂੰ ਕਾਨੂੰਨੀ ਤੌਰ ਤੇ ਬੰਦ ਕਰਵਾਇਆ। ਅਮਰੀਕਨ ਸਿੱਖ ਕਾਕਸ ਕਮੇਟੀ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਸੰਧੂ ਨੇ ਸਮੂਹ ਆਗੂਆਂ ਨੂੰ ਸਵਾਗਤ ਕੀਤਾ। ਮੁੱਖ ਬੁਲਾਰਿਆਂ ਵਿੱਚ ਅਸੈਂਬਲੀ ਮੈਂਬਰ ਕਾਰਲੋਸ ਵਿਲਾਪੂਡੂਆ, ਅਸੈਂਬਲੀ ਮੈਂਬਰ ਐਡਮ ਗ੍ਰੇ, ਇੰਟਰਨੈਸ਼ਨਲ ਸੈਂਟਰ ਫਾਰ ਰਿਲੀਜਨ ਤੇ ਡਿਪਲੋਮੈਸੀ ਵੱਲੋਂ ਮਾਰਟਿਨ ਮਿਲਰ, ਯੂਨਾਈਟਿਡ ਨੇਸ਼ਨ ਤੋਂ ਜਿਲੀਅਨ ਅਬੋਲ, ਪ੍ਰੋਫੈਸਰ ਉਪਿੰਦਰਜੀਤ ਕੌਰ ਤੱਖਰ, USIP ਤੋਂ ਪਲਵਾਸ਼ਾ ਕੱਕੜ ਸ਼ਾਮਲ ਸਨ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ, ਪ੍ਰਧਾਨ ਜਸਵੰਤ ਸਿੰਘ ਹੋਠੀ ਅਤੇ ਅਮਰੀਕਨ ਸਿੱਖ ਕਾਕਸ ਕਮੇਟੀ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਸੰਧੂ ਨੇ ਇਸ ਅੰਤਰਰਾਸ਼ਟਰੀ ਪੱਧਰ ਦੇ ਵੈਬੀਨਾਰ ਦੀ ਸ਼ਲਾਘਾ ਕੀਤੀ ਅਤੇ ਹਿੱਸਾ ਲੈਣ ਵਾਲੇ ਆਗੂਆਂ ਦਾ ਧੰਨਵਾਦ ਕੀਤਾ। Faith for all religions and the concerns of the Sikh diaspora. Over the years, we have taken stand on desecration of scriptures and many other issues. So today we are holding a briefing on International Women's Day. We have wonderful panelists who will discuss in detail the International Women's Day. Obviously, as you may or may not know, the International Women's Day has been observed since the early 1900s as an expansion of time of turbulence in the industrial world that saw booming population growth and rise of radical ideologies. Great unrest and critical debate was occurring among women. Women oppression and inequality was spurring women to become more vocal and active in campaigning for change. Then in 1908, 15,000 women marched through New York City demanding shorter hours, better pay, and women's rights. Thank you very much, Harpreet. And good morning, good afternoon, and good evening on few places. As Harpreet has very kindly introduced the organization, just to add into what Harpreet has already said. So today we are organizing this webinar on International Women's Day celebration, and it is organized by the American Sikh Caucus Committee. American Sikh Caucus was formed about 7 years ago
on the issues which Harpreet has already elaborated. Today, caucus comprises about 50 congressmen, and it's a bipartisan caucus with representation from both Republican and Democrat congressmen. And currently, Congressman John Garamendi and Congressman Valadao are the co-chairs of the American Sikh Caucus, along with other congressmen, to lecture them. And his granddaughter, she stood for the Muslims when his grandson Hussain was martyred. So we have all these glorious examples, as well as Sikhism, as Harpreet was saying, a very young religion, which has the masters of which, the gurus of which, has protested and asked the government of the time to abolish the tradition of sati, where a woman has to be burnt with his husband on his death. ਅਲਕ ਗਰੋਵ ਸਿਟੀ ਵਿੱਚ ਵਿਲਟਨ ਕਬੀਲੇ ਵੱਲੋਂ ਸਕਾਈ ਰਿਵਰ ਕੈਸੀਨੋ ਦੀ ਉਸਾਰੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦਾ ਨੀਂਹ ਪੱਥਰ ਰੱਖਣ ਲਈ ਜਿੱਥੇ ਭਾਰੀ ਗਿਣਤੀ ਵਿੱਚ ਕਬੀਲੇ ਦੇ ਲੋਕ ਸ਼ਾਮਲ ਹੋਏ, ਉੱਥੇ ਇਲਾਕੇ ਦੇ ਆਗੂਆਂ ਨੇ ਵੀ ਆਣ ਕੇ ਇਸ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਸੈਂਬਲੀ ਮੈਂਬਰ ਜਿਮ ਕੂਪਰ, ਐਲਕ ਗਰੋਵ ਮੇਅਰ ਬੌਬੀ ਸਿੰਘ ਐਲਨ, ਅਸੈਂਬਲੀ ਮੈਂਬਰ ਜੇਮਸ ਰਾਮੋਜ਼, ਸਾਬਕਾ ਮੇਅਰ ਗੈਰੀ ਡੇਵਿਸ ਤੋਂ ਇਲਾਵਾ ਇਲਾਕੇ ਦੇ ਕੌਂਸਲ ਮੈਂਬਰ, ਪੁਲਿਸ ਚੀਫ ਟਿਮ ਅਲਬਰਾਈਟ ਵੀ ਹਾਜ਼ਰ ਸਨ। ਵੱਖ-ਵੱਖ ਆਗੂਆਂ ਨੇ ਵਿਲਟਨ ਕਬੀਲੇ ਨੂੰ ਵਧਾਈ ਦਿੱਤੀ ਕਿ ਇਸ ਨਾਲ ਇਲਾਕੇ ਵਿੱਚ ਰੋਜ਼ਗਾਰ ਪੈਦਾ ਹੋਵੇਗਾ। ਵਿਲਟਨ ਕਬੀਲੇ ਵੱਲੋਂ ਅਗਲੇ 20 ਸਾਲਾਂ ਵਿੱਚ ਐਲਕ ਗਰੋਵ ਸਿਟੀ ਅਤੇ ਸੈਕਰਾਮੈਂਟੋ ਦੇ ਵਿਕਾਸ ਕੰਮਾਂ ਲਈ $150 ਮਿਲੀਅਨ ਦੇਣ ਦਾ ਵਾਅਦਾ ਕੀਤਾ, ਜੋ ਕਿ ਸਕੂਲਾਂ, ਪੁਲਿਸ ਵਿਭਾਗ ਅਤੇ ਫਾਇਰ ਡਿਪਾਰਟਮੈਂਟ ਆਦਿ ਤੇ ਖਰਚਿਆ ਜਾਵੇਗਾ। ਇਹ ਕੈਸੀਨੋ ਹਾਈਵੇ 99 ਦੇ ਨੇੜੇ ਅਤੇ ਗ੍ਰਾਂਟ ਲਾਈਨ ਦੇ ਨਜ਼ਦੀਕ ਬਣਾਇਆ ਜਾ ਰਿਹਾ ਹੈ। ਇਸ ਬਹੁ ਮੰਜ਼ਲੀ ਕੈਸੀਨੋ ਵਿੱਚ 2000 ਦੇ ਕਰੀਬ ਸਲਾਟ ਮਸ਼ੀਨਾਂ ਅਤੇ 80 ਤੋਂ ਵੱਧ ਗੇਮਸ ਟੇਬਲ ਹੋਣਗੇ। ਇਸ ਤੋਂ ਇਲਾਵਾ ਇਸ ਕੈਸੀਨੋ ਵਿੱਚ ਹੋਟਲ, ਸਪਾ, ਰੈਸਟੋਰੈਂਟ, ਕਮਿਊਨਿਟੀ ਸੈਂਟਰ ਵੀ ਖੋਲ੍ਹਿਆ ਜਾ ਸਕਦਾ ਹੈ। ਇਸ ਦੇ ਇਲਾਕੇ ਦੇ ਲੋਕਾਂ ਵਿੱਚ ਇਸ ਦੇ ਸ਼ੁਰੂ ਹੋਣ ਤੇ ਖੁਸ਼ੀ ਪਾਈ ਜਾ ਰਹੀ ਹੈ। ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਦੇ ਸ਼ਹਿਰ ਐਲਕ ਗਰੋਵ ਵਿਖੇ ਇੱਕ ਕੈਸੀਨੋ ਦਾ ਉਦਘਾਟਨ ਕੀਤਾ ਗਿਆ। 36 ਏਕੜ ਵਿੱਚ ਬਣਨ ਵਾਲੇ ਇਸ ਬਹੁਮੰਜ਼ਲੀ ਕੈਸੀਨੋ ਵਿੱਚ ਬਹੁਤ ਸਾਰੀਆਂ ਨੌਕਰੀਆਂ ਦਾ ਬੰਦੋਬਸਤ ਕੀਤਾ ਜਾਵੇਗਾ। ਐਲਕ ਗਰੋਵ ਸਿਟੀ ਵਿੱਚ ਬਹੁਤ ਸਮੇਂ ਤੋਂ ਇੱਕ ਹਾਟ ਸੀ, ਕਿਉਂਕਿ ਇਹ ਇੱਕ ਰੈਜ਼ੀਡੈਂਸ਼ੀਅਲ ਏਰੀਆ ਗਿਣਿਆ ਜਾਂਦਾ ਸੀ, ਪਰ ਇਸ ਕੈਸੀਨੋ ਦੇ ਬਣਨ ਨਾਲ ਜਿੱਥੇ ਇੱਥੇ ਵਪਾਰ ਵਿੱਚ ਵਾਧਾ ਹੋਵੇਗਾ, ਉੱਥੇ ਨਾਲ ਦੀ ਨਾਲ ਜਿਹੜਾ ਹੈਗਾ ਪੁਲਿਸ ਡਿਪਾਰਟਮੈਂਟ, ਸਕੂਲ ਡਿਪਾਰਟਮੈਂਟ ਜਾਂ ਹੋਰ ਵੀ ਜਿਹੜੇ ਇੱਥੇ ਡਿਪਾਰਟਮੈਂਟ ਆ, ਉਹਨਾਂ ਨੂੰ ਵੀ ਜਿਹੜਾ ਟੈਕਸ ਦਾ ਜਿਹੜਾ ਖਰਚਾ ਉਹ ਮਿਲੇਗਾ। Is it still morning? Yeah, it's still morning, right? Good morning. It's great to be here. It's tough to follow Assemblymember Ramos. I work with him every day, and let me tell you, he's the only Native American in the legislature. He is passionate about your issues, and he's a fighter. We need more folks like him. Chairman Tarango, Tribal Council, elders, tribal members, and guests. It's a great day to be here, to see this come to fruition. And it's important. Yeah, it's a casino, but being in the legislature, you travel all across the state, see a number of tribes and visit them. Good morning, everyone. I would like to thank Chairman Tarango and the Wilton Rancheria tribal officials and their partners for inviting me to be a part of today's celebration. Today is a great day for our city and a very meaningful step forward for the Wilton Rancheria tribe. Their dedication to this project, their people, as well as their ancestors, has led to this momentous day. I am extremely honored to share in their joy. Today we celebrate the hard-fought determination of generations of tribal members to create a future of dignity and self-sufficiency for Wilton Rancheria. When it opens in the second half of 2022, Wilton Rancheria's casino project will provide resources to invest in housing, education, and healthcare for our 853 tribal members to preserve our language and culture and our community. ਅਮਰੀਕਾ ਸਥਿਤ ਭਾਰਤੀ ਔਰਤਾਂ ਨੇ ਦੋਸ਼ ਲਗਾਇਆ ਹੈ ਕਿ H-1B ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਕੰਮ ਕਰਨ ਦੀ ਆਗਿਆ ਦੇਣ ਵਾਲੇ H-4 ਵੀਜ਼ੇ ਦੇ ਨਵੀਨੀਕਰਨ ਵਿੱਚ ਗੈਰ ਜ਼ਰੂਰੀ ਦੇਰੀ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ H-4 ਵੀਜ਼ਾ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ ਵੱਲੋਂ ਜਾਰੀ ਕੀਤਾ ਜਾਂਦਾ ਹੈ। H-1B ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਅਤੇ
ਉਹਨਾਂ ਦੇ 21 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦਿੱਤਾ ਜਾਂਦਾ ਹੈ। H1B ਵੀਜ਼ੇ ਦੀ ਗੱਲ ਕਰੀਏ ਤਾਂ ਇਸ ਨੂੰ ਵਿਸ਼ੇਸ਼ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਦਿੱਤਾ ਜਾਂਦਾ ਹੈ। ਅਮਰੀਕੀ ਕੰਪਨੀਆਂ ਦੂਜੇ ਦੇਸ਼ਾਂ ਦੇ ਤਕਨੀਕੀ ਮਾਹਰਾਂ ਨੂੰ ਨਿਯੁਕਤ ਕਰਨ ਦੇ ਬਾਅਦ ਸਰਕਾਰ ਤੋਂ ਇਹਨਾਂ ਲੋਕਾਂ ਲਈ H1B ਵੀਜ਼ੇ ਦੀ ਮੰਗ ਕਰਦੀਆਂ ਨੇ। ਅਮਰੀਕਾ ਦੀਆਂ ਜ਼ਿਆਦਾਤਰ IT ਕੰਪਨੀਆਂ ਹਰੇਕ ਸਾਲ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਲੱਖਾਂ ਕਰਮਚਾਰੀਆਂ ਦੀ ਨਿਯੁਕਤੀ ਇਸੇ ਵੀਜ਼ੇ ਰਾਹੀਂ ਕਰਦੀਆਂ ਨੇ। H1B ਵੀਜ਼ਾ ਗੈਰ ਇਮੀਗ੍ਰੇਸ਼ਨ ਵੀਜ਼ਾ ਹੈ। H4 ਵੀਜ਼ਾ ਜਾਰੀ ਕਰਨ ਵਿੱਚ ਹੋ ਰਹੀ ਦੇਰੀ ਖਿਲਾਫ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਭਾਰਤੀ ਔਰਤਾਂ ਨੇ ਕੈਲੀਫੋਰਨੀਆ ਦੇ ਸੈਨ ਜੌਨਸ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਔਰਤਾਂ ਨੇ ਆਪਣਾ ਰੁਜ਼ਗਾਰ ਬਚਾਉਣ ਲਈ ਸਰਕਾਰ ਨੂੰ ਅਪੀਲ ਕੀਤੀ। H1B ਵੀਜ਼ਾ ਧਾਰਕਾਂ ਦੇ ਜ਼ਿਆਦਾਤਰ ਜੀਵਨ ਸਾਥੀ ਔਰਤਾਂ ਹਨ ਅਤੇ ਓਬਾਮਾ ਸ਼ਾਸਨ ਕਾਲ ਦੌਰਾਨ ਇਹਨਾਂ ਨੂੰ ਅਮਰੀਕਾ ਵਿੱਚ ਰੁਜ਼ਗਾਰ ਕਰਨ ਸੰਬੰਧੀ ਆਗਿਆ ਦਿੱਤੀ ਗਈ ਸੀ। ਬਾਈਡਨ ਪ੍ਰਸ਼ਾਸਨ ਨੇ ਦੇਸ਼ ਵਿੱਚ ਰਹਿ ਰਹੇ ਵੈਨਜ਼ੂਏਲਾ ਦੇ ਹਜ਼ਾਰਾਂ ਪ੍ਰਵਾਸੀਆਂ ਦੇ ਸੰਬੰਧ ਵਿੱਚ ਸੋਮਵਾਰ ਨੂੰ ਘੋਸ਼ਣਾ ਕਰਦਿਆਂ ਦੱਸਿਆ ਹੈ ਕਿ ਇਸ ਦੇਸ਼ ਵਿੱਚ ਰਾਜਨੀਤਿਕ ਅਤੇ ਆਰਥਿਕ ਅਸਮਾਨਤਾਵਾਂ ਹੁੰਦੇ ਹੋਏ ਅਮਰੀਕਾ ਇਹਨਾਂ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਦੀ ਰਾਹਤ ਅਤੇ ਵਰਕ ਪਰਮਿਟ ਦੀ ਪੇਸ਼ਕਸ਼ ਕਰੇਗਾ। ਇਸ ਸੰਬੰਧ ਵਿੱਚ ਹੋਮਲੈਂਡ ਸੁਰੱਖਿਆ ਸਕੱਤਰ ਵਿਭਾਗ ਦੇ ਐਲੈਜੈਂਡਰੋ ਮੈਯੋਰਕਾਸ ਨੇ ਇਸ ਕਾਨੂੰਨੀ ਆਰਡਰ ਜਾਰੀ ਕੀਤਾ, ਜਿਸ ਵਿੱਚ ਕੁਝ ਵੈਨਜ਼ੂਏਲਾ ਵਾਸੀਆਂ ਨੂੰ ਅਸਥਾਈ ਪ੍ਰੋਟੈਕਟਿਡ ਸਟੇਟਸ ਲਈ ਯੋਗ ਬਣਾਇਆ ਗਿਆ। ਇਸ ਨਾਲ ਅਮਰੀਕੀ ਸਰਕਾਰ ਉਹਨਾਂ ਪ੍ਰਵਾਸੀਆਂ ਨੂੰ ਆਰਜ਼ੀ ਮਨੁੱਖੀ ਸੁਰੱਖਿਆ ਪ੍ਰਦਾਨ ਕਰ ਸਕਦੀ ਹੈ ਜਿਨ੍ਹਾਂ ਦੇ ਘਰੇਲੂ ਦੇਸ਼ ਹਥਿਆਰਬੰਦ ਟਕਰਾਅ, ਕੁਦਰਤੀ ਆਫਤਾਂ ਜਾਂ ਕਿਸੇ ਮਹਾਮਾਰੀ ਨਾਲ ਜੂਝ ਰਹੇ ਹਨ। ਇਸੇ ਤਰ੍ਹਾਂ ਦੇ ਹਾਲਾਤ ਇਸੇ ਸਮੇਂ ਵੈਨਜ਼ੂਏਲਾ ਵਿੱਚ ਹਨ, ਜਿੱਥੇ ਬਾਈਡਨ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਲੋਕਾਂ ਦਾ ਵਾਪਸ ਜਾਣਾ ਸੁਰੱਖਿਅਤ ਨਹੀਂ ਹੈ। ATPS ਯੋਜਨਾ ਸੋਮਵਾਰ 8 ਮਾਰਚ ਤੱਕ ਅਮਰੀਕਾ ਵਿੱਚ ਬਿਨਾਂ ਢੁਕਵੇਂ ਕਾਗਜ਼ਾਂ ਦੇ ਰਹਿ ਰਹੇ ਵੈਨਜ਼ੂਏਲਾ ਦੇ ਪ੍ਰਵਾਸੀਆਂ ਤੇ ਲਾਗੂ ਹੁੰਦੀ ਹੈ। ਅਧਿਕਾਰੀਆਂ ਅਨੁਸਾਰ ਅਨੁਮਾਨਿਤ 3,20,000 ਵੈਨਜ਼ੂਏਲਾ ਨਿਵਾਸੀ ਇਸ ਰਾਹਤ ਲਈ ਯੋਗ ਹੋਣਗੇ ਅਤੇ ਇਸ ਲਈ ਅਰਜ਼ੀ ਦੀ ਪ੍ਰਕਿਰਿਆ ਵਾਸਤੇ $545 ਫੀਸ ਵੀ ਲਈ ਜਾਵੇਗੀ। ਆਪਣੀ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਰਾਸ਼ਟਰਪਤੀ ਬਾਈਡਨ ਨੇ ਵੈਨਜ਼ੂਏਲਾ ਵਾਸੀਆਂ ਨੂੰ TPS ਦੇਣ ਦਾ ਵਾਅਦਾ ਕੀਤਾ ਸੀ। ਹਾਲ ਹੀ ਦੇ ਸਾਲ ਵਿੱਚ ਵੈਨਜ਼ੂਏਲਾ ਵਿੱਚ ਰਾਜਨੀਤਿਕ ਅਤੇ ਆਰਥਿਕ ਸੰਕਟ ਕਾਰਨ ਲੱਖਾਂ ਵੈਨਜ਼ੂਏਲਾ ਵਾਸੀਆਂ ਨੇ ਆਪਣੇ ਦੇਸ਼ ਨੂੰ ਛੱਡਿਆ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕੋਲੰਬੀਆ ਅਤੇ ਦੱਖਣੀ ਅਮਰੀਕਾ ਦੇ ਹੋਰ ਦੇਸ਼ਾਂ ਵਿੱਚ ਗਏ ਹਨ। ਅਮਰੀਕਾ ਦੇ ਸ਼ਰਨਾਰਥੀ ਹਾਈ ਕਮਿਸ਼ਨਰ ਦੇ ਅਨੁਸਾਰ ਇਸ ਸਮੇਂ ਵਿਸ਼ਵ ਭਰ ਵਿੱਚ ਵੈਨਜ਼ੂਏਲਾ ਤੋਂ ਲਗਭਗ 5.4 ਮਿਲੀਅਨ ਸ਼ਰਨਾਰਥੀ ਅਤੇ ਪ੍ਰਵਾਸੀ ਹਨ। ਸੁਪਰੀਮ ਕੋਰਟ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪਿਛਲੇ ਸਾਲ ਦੀਆਂ ਚੋਣਾਂ ਦੇ ਨਤੀਜੇ ਉਲਟਾਉਣ ਦੀ ਆਖਰੀ ਕੋਸ਼ਿਸ਼ ਵਜੋਂ ਦਾਇਰ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਨਾ ਕਰ ਦਿੱਤੀ ਹੈ। ਸਮਝਿਆ ਜਾਂਦਾ ਹੈ ਕਿ ਸੁਪਰੀਮ ਕੋਰਟ ਨੇ ਨਿਰਣੇ ਨਾਲ ਨਵੰਬਰ ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਚੱਲਦਾ ਆ ਰਿਹਾ ਕਾਨੂੰਨੀ ਨਾਟਕ ਖਤਮ ਹੋ ਗਿਆ ਹੈ। ਟਰੰਪ ਦੇ ਵਕੀਲਾਂ ਨੇ ਵਿਸਕਾਂਸਿਨ ਦੀਆਂ 2,21,000 ਵੋਟਾਂ ਨੂੰ ਚੁਣੌਤੀ ਦਿੱਤੀ ਸੀ, ਜੋ ਕੋਰੋਨਾ ਵਾਇਰਸ ਦੇ ਚਲਦਿਆਂ ਵੋਟਰਾਂ ਵੱਲੋਂ ਬਕਸਿਆਂ ਵਿੱਚ ਪਾਈਆਂ ਗਈਆਂ ਸਨ। ਟਰੰਪ ਦੇ ਵਕੀਲਾਂ ਦੀ ਦਲੀਲ ਸੀ ਕਿ ਚੋਣ ਅਧਿਕਾਰੀਆਂ ਨੇ ਬਕਸਿਆਂ ਵਿੱਚ ਵੋਟਾਂ ਪਾਉਣ ਦੀ ਆਗਿਆ ਦੇ ਕੇ ਗਲਤੀ ਕੀਤੀ ਹੈ। ਸੁਪਰੀਮ ਕੋਰਟ ਵਿੱਚ ਕੰਜ਼ਰਵੇਟਿਵ ਜੱਜਾਂ ਦਾ 6-3 ਨਾਲ ਬਹੁਮਤ ਹੈ। ਇਹਨਾਂ ਵਿੱਚੋਂ 3 ਜੱਜ ਸਾਬਕਾ ਰਾਸ਼ਟਰਪਤੀ ਟਰੰਪ ਵੱਲੋਂ ਨਿਯੁਕਤ ਕੀਤੇ ਗਏ ਸਨ। ਟਰੰਪ ਨੂੰ ਆਸ ਸੀ ਕਿ ਜੱਜ ਉਹਨਾਂ ਦੇ ਹੱਕ ਵਿੱਚ ਨਿਰਣਾ ਦੇ ਸਕਦੇ ਨੇ, ਪਰੰਤੂ ਉਹਨਾਂ ਨੂੰ ਨਿਰਾਸ਼ਤਾ ਹੀ ਹੱਥ ਲੱਗੀ। ਇੱਥੇ ਜ਼ਿਕਰਯੋਗ ਹੈ ਕਿ ਹਾਈ ਕੋਰਟ ਪਹਿਲਾਂ ਹੀ ਚੋਣ ਨਤੀਜੇ ਉਲਟਾਉਣ ਸੰਬੰਧੀ ਟਰੰਪ ਸਮਰਥਕਾਂ ਵੱਲੋਂ ਦਾਇਰ ਪਟੀਸ਼ਨ ਰੱਦ ਕਰ ਚੁੱਕੀ ਹੈ। ਟਰੰਪ ਦੇ ਬੁਲਾਰੇ ਨੇ ਸੁਪਰੀਮ ਕੋਰਟ ਦੇ ਨਿਰਣੇ ਉੱਪਰ ਕੋਈ ਟਿੱਪਣੀ ਨਹੀਂ ਕੀਤੀ ਹੈ। ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਰਹਿ ਰਹੇ ਭਾਰਤੀਆਂ ਦੀ ਗਿਣਤੀ 5 ਲੱਖ ਤੋਂ ਵੱਧ ਹੈ ਤੇ ਇਹ ਲੋਕ ਸਾਲਾਨਾ $15.5 ਅਰਬ ਖਰਚ ਕਰਦੇ ਨੇ। ਇੰਨਾ ਹੀ ਨਹੀਂ, ਸੰਘੀ ਸੂਬਾਈ ਨੂੰ ਸਥਾਨਕ ਪ੍ਰਸ਼ਾਸਨ ਨੂੰ $2.8 ਅਰਬ ਦਾ ਟੈਕਸ ਵੀ ਅਦਾ ਕਰਦੇ ਨੇ। ਇੱਕ ਅਮਰੀਕੀ ਥਿੰਕ ਟੈਂਕ ਵੱਲੋਂ ਜਾਰੀ ਰਿਪੋਰਟ ਤੋਂ ਇਹ ਜਾਣਕਾਰੀ ਮਿਲੀ। ਖਾਸ ਗੱਲ ਇਹ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀ ਭਾਰਤੀ ਉਹਨਾਂ ਸਿਖਰਲੇ 3 ਦੇਸ਼ਾਂ ਦੇ ਨਾਗਰਿਕਾਂ 'ਚ ਸ਼ਾਮਲ ਹਨ ਜਿਹੜੇ ਅਮਰੀਕਾ ਦੀ ਅਰਥ ਵਿਵਸਥਾ ਵਿੱਚ ਸਭ ਤੋਂ ਵੱਧ ਯੋਗਦਾਨ ਦਿੰਦੇ ਨੇ। ਅਮਰੀਕਾ ਵਿੱਚ ਮੈਕਸੀਕੋ ਦੇ 42 ਲੱਖ ਲੋਕ ਗੈਰ ਕਾਨੂੰਨੀ ਤੌਰ ਤੇ ਰਹਿੰਦੇ ਨੇ। ਇਹ ਗਿਣਤੀ ਅਮਰੀਕਾ ਵਿੱਚ 1 ਕਰੋੜ ਤੋਂ ਵੱਧ ਗੈਰ ਕਾਨੂੰਨੀ ਤਰੀਕੇ ਨਾਲ ਰਹਿਣ ਵਾਲੇ ਗੈਰ ਪ੍ਰਵਾਸੀਆਂ ਦੀ ਗਿਣਤੀ ਦਾ 40.8% ਹੈ। ਸਾਲ 2019 ਵਿੱਚ ਮੈਕਸੀਕੋ ਦੇ ਇਹਨਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੇ $92 ਅਰਬ ਦੀ ਕਮਾਈ ਕੀਤੀ ਤੇ ਸੰਘੀ ਸੂਬਾਈ ਤੇ ਸਥਾਨ ਪ੍ਰਸ਼ਾਸਨ ਨੂੰ $9.8 ਅਰਬ ਦਾ ਟੈਕਸ ਦਿੱਤਾ। ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿਣ ਵਾਲੇ ਲੋਕਾਂ ਦੀ ਗੱਲ ਕਰੀਏ ਤਾਂ ਮੈਕਸੀਕੋ ਤੋਂ ਬਾਅਦ ਅਲ ਸਲਵਾਡੋਰ ਦਾ ਨੰਬਰ ਆਉਂਦਾ ਹੈ। ਅਲ ਸਲਵਾਡੋਰ ਦੇ 6,21,000 ਲੋਕ ਗੈਰ ਕਾਨੂੰਨੀ ਤਰੀਕੇ ਨਾਲ ਰਹਿੰਦੇ ਨੇ, ਜਦਕਿ ਭਾਰਤ ਦੇ 5,87,000, ਗਵਾਟੇਮਾਲਾ ਦੇ 5,40,000 ਤੇ ਹੈਂਡੂਰਾਸ ਦੇ 4 ਲੱਖ ਲੋਕ ਰਹਿੰਦੇ ਨੇ।
ਖਰਚ ਕਰਨ ਦੇ ਮਾਮਲੇ ਵਿੱਚ ਭਾਰਤੀਆਂ ਦਾ ਸਥਾਨ ਦੂਜੇ ਤੇ ਕੁੱਲ ਮਿਲਾ ਕੇ ਉਹ 15.5 ਅਰਬ ਡਾਲਰ ਦਾ ਅਮਰੀਕੀ ਅਰਥ ਵਿਵਸਥਾ ਦਾ ਯੋਗਦਾਨ ਦਿੰਦੇ ਨੇ। ਇਸ ਤੋਂ ਬਾਅਦ ਅਲ ਸਲਵਾਡੋਰ 11.5 ਅਰਬ ਡਾਲਰ, ਗੁਆਟੇਮਾਲਾ 9.1 ਅਰਬ ਡਾਲਰ ਤੇ ਹੋਂਡੂਰਾਸ ਦੇ ਗੈਰ ਕਾਨੂੰਨੀ ਭਾਰਤੀ 6.4 ਅਰਬ ਡਾਲਰ ਦਾ ਟੈਕਸ ਅਦਾ ਕਰਦੇ ਹਨ। ਉੱਥੇ ਹੀ ਅਲ ਸਲਵਾਡੋਰ ਦੇ 1.4 ਅਰਬ ਡਾਲਰ ਦੇ ਗੁਆਟੇਮਾਲਾ ਦੇ ਲੋਕ 1.1 ਅਰਬ ਡਾਲਰ ਦਾ ਟੈਕਸ ਅਦਾ ਕਰਦੇ ਹਨ। ਅਮਰੀਕੀ ਸੰਸਥਾ CDC ਨੇ ਸੋਮਵਾਰ ਨੂੰ ਇੱਕ ਨਵੇਂ ਅਧਿਐਨ ਅਨੁਸਾਰ ਖੁਲਾਸਾ ਕਰਦਿਆਂ ਦੱਸਿਆ ਹੈ ਕਿ ਕਰੋਨਾ ਕਾਰਨ ਹਸਪਤਾਲ ਵਿੱਚ ਦਾਖਲ ਹੋਏ ਮਰੀਜ਼ ਜਿਨ੍ਹਾਂ ਨੂੰ ਵੈਂਟੀਲੇਟਰ ਦੀ ਜ਼ਰੂਰਤ ਸੀ ਜਾਂ ਜੋ ਕੋਵਿਡ-19 ਕਾਰਨ ਜਾਨ ਗਵਾ ਚੁੱਕੇ ਹਨ, ਉਹਨਾਂ ਵਿੱਚ ਤਕਰੀਬਨ 78% ਵੱਧ ਭਾਰ ਜਾਂ ਮੋਟਾਪੇ ਤੋਂ ਪੀੜਤ ਸਨ। ਇਸ ਅਧਿਐਨ ਤਹਿਤ ਮਾਰਚ ਤੋਂ ਦਸੰਬਰ ਤੱਕ ਅਮਰੀਕਾ ਦੇ 238 ਹਸਪਤਾਲਾਂ ਵਿੱਚ ਐਮਰਜੈਂਸੀ ਦੌਰਾਨ ਇਲਾਜ ਪ੍ਰਾਪਤ ਕਰਨ ਵਾਲੇ 1,48,494 ਬਾਲਗਾਂ ਵਿੱਚੋਂ 71,491 ਹਸਪਤਾਲ ਵਿੱਚ ਦਾਖਲ ਸਨ। CDC ਦੀ ਰਿਪੋਰਟ ਦੇ ਅਨੁਸਾਰ ਜਿਨ੍ਹਾਂ ਨੂੰ ਦਾਖਲ ਕੀਤਾ ਗਿਆ ਸੀ ਉਹਨਾਂ ਵਿੱਚੋਂ 27.8% ਦਾ ਵਧੇਰੇ ਭਾਰ ਅਤੇ 50.2% ਮੋਟੇ ਸਨ। 125 ਜਾਂ ਇਸ ਤੋਂ ਵੱਧ ਦੇ ਬਾਡੀ ਮਾਸ ਇੰਡੈਕਸ ਨੂੰ ਓਵਰਵੇਟ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ, ਜਦੋਂ ਕਿ 30 ਜਾਂ ਇਸ ਤੋਂ ਵੱਧ ਦੀ BMI ਹੋਣ ਨੂੰ ਮੋਟਾਪੇ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ। ਏਜੰਸੀ ਨੇ ਪਾਇਆ ਕਿ 25 ਤੋਂ ਘੱਟ BMI ਵਾਲੇ ਵਿਅਕਤੀਆਂ ਵਿੱਚ ਹਸਪਤਾਲ ਦਾਖਲੇ, ICU ਦਾਖਲਾ ਅਤੇ ਮੌਤ ਦਾ ਜੋਖਮ ਸਭ ਤੋਂ ਘੱਟ ਸੀ, ਜਦਕਿ ਗੰਭੀਰ ਬਿਮਾਰੀ ਦਾ ਖਤਰਾ 65 ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ BMI ਵੱਧ ਹੋਣ ਕਾਰਨ ਜ਼ਿਆਦਾ ਸੀ। ਅਮਰੀਕਾ ਵਿੱਚ ਮੋਟਾਪਾ ਇੱਕ ਆਮ ਅਤੇ ਘਾਤਕ ਬਿਮਾਰੀ ਹੈ। ਇਸ ਦੇ ਇਲਾਵਾ ਮੋਟਾਪਾ ਹੋਣਾ ਕਰੋਨਾ ਵਰਗੀ ਗੰਭੀਰ ਬਿਮਾਰੀ ਦੇ ਜੋਖਮ ਨੂੰ ਵੀ ਵਧਾਉਂਦਾ ਹੈ। ਏਜੰਸੀ ਨੇ ਦੱਸਿਆ ਕਿ ਮੋਟਾਪਾ ਕਮਜ਼ੋਰ ਇਮਿਊਨ ਫੰਕਸ਼ਨ ਅਤੇ ਫੇਫੜਿਆਂ ਦੀ ਸਮਰੱਥਾ ਵਿੱਚ ਕਮੀ ਨਾਲ ਜੁੜਿਆ ਹੋਇਆ ਹੈ, ਜੋ ਸਾਹ ਪ੍ਰਣਾਲੀ ਨੂੰ ਹੋਰ ਮੁਸ਼ਕਲ ਬਣਾ ਸਕਦਾ ਹੈ। ਬਕਿੰਘਮ ਪੈਲੇਸ ਨੇ ਪ੍ਰਿੰਸ ਹੈਰੀ ਅਤੇ ਉਸਦੀ ਪਤਨੀ ਮੇਗਨ ਮਾਰਕਲ ਵੱਲੋਂ ਇੱਕ ਇੰਟਰਵਿਊ ਦੌਰਾਨ ਸ਼ਾਹੀ ਪਰਿਵਾਰ ਤੇ ਲਾਏ ਨਸਲਵਾਦ ਦੇ ਦੋਸ਼ਾਂ ਬਾਰੇ ਆਪਣੀ ਚੁੱਪ ਤੋੜ ਦਿੱਤੀ ਹੈ। ਪੈਲੇਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਵੱਲੋਂ ਨਸਲਵਾਦ ਦੇ ਦੋਸ਼ਾਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਮੇਗਨ ਮਾਰਕਲ ਅਤੇ ਹੈਰੀ ਸ਼ਾਹੀ ਪਰਿਵਾਰ ਦੇ ਬਹੁਤ ਹੀ ਹਰਮਨਪਿਆਰੇ ਮੈਂਬਰ ਨੇ। ਜ਼ਿਕਰਯੋਗ ਹੈ ਕਿ ਸ਼ਹਿਜ਼ਾਦੇ ਹੈਰੀ ਦੀ ਪਤਨੀ ਤੇ ਹਾਲੀਵੁੱਡ ਦੀ ਅਦਾਕਾਰ ਮਾਰਕਲ ਨੇ ਓਪਰਾ ਵਿਨਫਰੇ ਦੀ ਮੇਜ਼ਬਾਨੀ ਵਾਲੇ ਅਮਰੀਕੀ ਚੈਟ ਸ਼ੋਅ ਦੌਰਾਨ ਬਰਤਾਨੀਆ ਦੇ ਸ਼ਾਹੀ ਪਰਿਵਾਰ ਤੇ ਨਸਲਵਾਦ, ਝੂਠ ਬੋਲਣ ਤੇ ਉਸ ਨੂੰ ਖੁਦਕੁਸ਼ੀ ਦੇ ਕਿਨਾਰੇ ਤੱਕਣ ਜਿਹੇ ਗੰਭੀਰ ਦੋਸ਼ ਲਾਏ ਸਨ। ਮਾਰਕਲ ਦੀ ਮਾਂ ਸਿਆਹ ਫਾਰਮ ਤੇ ਪਿਤਾ ਗੋਰੀ ਚਮੜੀ ਦੇ ਨੇ। ਨੂੰਹ ਵੱਲੋਂ ਲਾਏ ਇਹਨਾਂ ਦੋਸ਼ਾਂ ਮਗਰੋਂ ਬਰਤਾਨੀਆ ਦੇ ਸ਼ਾਹੀ ਪਰਿਵਾਰ ਨੂੰ ਵੱਡਾ ਝਟਕਾ ਲੱਗਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਰੀ ਬਲਿੰਕਨ ਨੇ ਅਫਗਾਨਿਸਤਾਨ ਵਿੱਚ ਸਰਕਾਰ ਅਤੇ ਤਾਲਿਬਾਨ ਦਰਮਿਆਨ ਰੁਕੀ ਹੋਈ ਸ਼ਾਂਤੀ ਪ੍ਰਕਿਰਿਆ ਨੂੰ ਬਹਾਲ ਕਰਨ ਲਈ ਕਈ ਸੁਝਾਅ ਦਿੱਤੇ ਨੇ। ਅਫਗਾਨਿਸਤਾਨ ਦੀ TOLO ਨਿਊਜ਼ ਵਿੱਚ ਬਲਿੰਕਨ ਵੱਲੋਂ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਲਿਖਿਆ ਇੱਕ ਪੱਤਰ ਐਤਵਾਰ ਨੂੰ ਪ੍ਰਕਾਸ਼ਿਤ ਕੀਤਾ ਗਿਆ, ਜਿਸ ਵਿੱਚ ਇਹ ਜਾਣਕਾਰੀ ਦਿੱਤੀ ਗਈ। ਪੱਤਰ ਮੁਤਾਬਕ ਬਲਿੰਕਨ ਨੇ ਸੰਯੁਕਤ ਰਾਸ਼ਟਰ ਵੱਲੋਂ ਆਯੋਜਿਤ ਰੂਸ, ਚੀਨ, ਅਫਗਾਨਿਸਤਾਨ, ਈਰਾਨ, ਭਾਰਤ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀਆਂ ਤੇ ਦੂਤਾਂ ਦੇ ਸੰਮੇਲਨ ਵਿੱਚ ਦੋਵਾਂ ਪੱਖਾਂ ਦੇ ਇਕੱਠੇ ਆਉਣ ਦਾ ਸੱਦਾ ਦਿੱਤਾ ਤਾਂ ਕਿ ਅਫਗਾਨਿਸਤਾਨ ਵਿੱਚ ਸ਼ਾਂਤੀ ਦਾ ਸਮਰਥਨ ਕਰਨ ਲਈ ਇਕੱਠੇ ਹੋ ਕੇ ਚਰਚਾ ਕੀਤੀ ਜਾ ਸਕੇ। ਬਲਿੰਕਨ ਨੇ ਆਉਣ ਵਾਲੇ ਹਫ਼ਤੇ ਵਿੱਚ ਤਾਲਿਬਾਨ ਅਤੇ ਅਫਗਾਨਿਸਤਾਨ ਸਰਕਾਰ ਦਰਮਿਆਨ ਤੁਰਕੀ 'ਚ ਉੱਚ ਪੱਧਰੀ ਬੈਠਕ ਦਾ ਵੀ ਸੱਦਾ ਦਿੱਤਾ। ਨਿਊਜ਼ ਮੁਤਾਬਕ ਵਿਦੇਸ਼ ਮੰਤਰੀ ਨੇ ਅਫਗਾਨਿਸਤਾਨ ਲਈ ਅਮਰੀਕਾ ਦੇ ਵਿਦੇਸ਼ ਦੂਤ ਜਲਮੀ ਖਲੀਲਜ਼ਾਦ ਨਾਲ ਅਫਗਾਨਿਸਤਾਨ ਸਰਕਾਰ ਅਤੇ ਤਾਲਿਬਾਨ ਨਾਲ ਲਿਖਤ ਪ੍ਰਸਤਾਵ ਵੀ ਸਾਂਝਾ ਕਰਨ ਨੂੰ ਕਿਹਾ ਤਾਂ ਕਿ ਗੱਲਬਾਤ ਅੱਗੇ ਵਧਾਉਣ 'ਚ ਮਦਦ ਮਿਲੇ। ਬਲਿੰਕਨ ਨੇ ਪੱਤਰ 'ਚ ਇਹ ਵੀ ਸਪਸ਼ਟ ਕਰ ਦਿੱਤਾ ਕਿ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦਾ ਪ੍ਰਸ਼ਾਸਨ 1 ਮਈ ਦੀ ਤੈਅ ਸਮੇਂ ਸੀਮਾ ਤੱਕ ਅਮਰੀਕੀ ਬਲਾਂ ਦੀ ਦੇਸ਼ ਨਾਲ ਪੂਰੀ ਤਰ੍ਹਾਂ ਵਾਪਸੀ ਤੇ ਚਰਚਾ ਕਰ ਰਿਹਾ ਹੈ। ਪੈਪਸਿਕੋ ਦੀ ਸਾਬਕਾ ਕਾਰਜਕਾਰੀ ਪ੍ਰਧਾਨ ਇੰਦਰਾ ਨੂਈ, ਅਮਰੀਕਾ ਦੀ ਸਾਬਕਾ ਪ੍ਰਥਮ ਮਹਿਲਾ ਮਿਸ਼ੇਲ ਓਬਾਮਾ ਤੇ ਫੁੱਟਬਾਲ ਮਿਆਂ ਹੰਪ ਸਣੇ 9 ਔਰਤਾਂ ਨੂੰ 2021 ਰਾਸ਼ਟਰੀ ਮਹਿਲਾ ਹਾਲ ਆਫ ਫੇਮ ਲਈ ਚੁਣਿਆ ਗਿਆ। ਭਾਰਤੀ ਅਮਰੀਕੀ ਨੂਈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਤੇ ਹੰਪ ਤੋਂ ਇਲਾਵਾ ਇਰਾਕ ਤਾਇਨਾਤ ਰਹੀ ਪਹਿਲੀ ਮਹਿਲਾ ਕਮਾਂਡਿੰਗ ਜਨਰਲ ਸੇਵਾ ਮੁਕਤ ਬ੍ਰਿਗੇਡੀਅਰ ਜਨਰਲ ਰਾਬਿਕਾ ਹੈਲਸਟੀਡ, ਮਰਹੂਮ ਨਾਸਾ ਗਣਿਤ ਮਾਹਿਰ ਕੈਥਰੀਨ ਜੌਨਸਨ, ਮਰਹੂਮ ਲੇਖਿਕਾ ਓਕਟਾਵੀਆ ਬਟਲਰ ਆਦਿ ਨੂੰ ਹਾਲ ਆਫ ਫੇਮ ਲਈ ਚੁਣਿਆ ਗਿਆ ਹੈ। ਸੈਨਿਕਾ ਫਾਲਸ ਵਿੱਚ ਕਰਵਾਏ ਜਾਣ ਵਾਲੇ ਪ੍ਰੋਗਰਾਮ ਵਿੱਚ ਇਹਨਾਂ ਔਰਤਾਂ ਨੂੰ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਜਾਵੇਗਾ। ਯੂਰਪ ਵਿੱਚ ਮੁੱਢ ਤੋਂ ਹੀ ਬੀਬੀਆਂ ਨੂੰ ਆਜ਼ਾਦੀ ਨਾਲ ਜ਼ਿੰਦਗੀ ਜਿਉਣ ਦਾ ਪੂਰਾ ਹੱਕ ਹੈ, ਪਰ ਇੱਥੇ ਇਸਲਾਮ ਨੂੰ ਮੰਨਣ ਵਾਲੇ ਲੋਕ ਬੀਬੀਆਂ ਨੂੰ ਅੱਜ ਵੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਵਿੱਚ ਜਕੜ ਕੇ ਰੱਖਣਾ ਇਸਲਾਮੀ ਧਰਮ ਸਮਝਦੇ ਹਨ, ਜਿਸ ਦਾ ਕਈ ਯੂਰੋਪੀਅਨ ਦੇਸ਼ਾਂ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਬੁਰਕਾ ਵੀ ਇਹਨਾਂ ਪਾਬੰਦੀਆਂ ਵਿੱਚੋਂ ਇੱਕ ਹੈ। ਫਰਾਂਸ ਨੇ ਸਾਲ 2011 ਵਿੱਚ ਜਨਤਕ ਤੌਰ ਤੇ ਪੂਰੇ ਚਿਹਰੇ ਉੱਤੇ ਪਰਦਾ ਕਰਨ ਤੇ ਪਾਬੰਦੀ ਲਗਾਈ ਸੀ, ਜਦਕਿ
ਡੈਨਮਾਰਕ, ਆਸਟਰੀਆ, ਨੀਦਰਲੈਂਡ ਅਤੇ ਬੁਲਗਾਰੀਆ ਨੇ ਜਨਤਕ ਰੂਪ ਵਿੱਚ ਚਿਹਰੇ ਦੇ ਢੱਕਣ ਦੀ ਅਸ਼ੰਕ ਪਾਬੰਦੀ ਲਗਾਈ ਹੋਈ ਹੈ। ਜਰਮਨ ਨੇ ਵੀ ਸੰਨ 2017 ਵਿੱਚ ਬੁਰਕਾ ਪਹਿਨਣ ਤੇ ਪਾਬੰਦੀ ਲਗਾ ਦਿੱਤੀ ਸੀ ਤੇ ਹੁਣ ਸਵਿਟਜ਼ਰਲੈਂਡ ਵਿੱਚ ਵੀ ਇਸ ਦੀ ਕਾਰਵਾਈ ਸ਼ਾਮਲ ਹੋ ਗਈ ਹੈ। ਸਵਿਟਜ਼ਰਲੈਂਡ ਵਿੱਚ ਐਤਵਾਰ ਨੂੰ ਜਨਤਕ ਥਾਵਾਂ ਤੇ ਪੂਰੇ ਚਿਹਰੇ ਨੂੰ ਢੱਕਣ ਦੇ ਵਿਰੁੱਧ VOTING ਕੀਤੀ ਗਈ, ਜਿਸ ਵਿੱਚ ਬੈਨ ਦੇ ਹੱਕ ਵਿੱਚ ਵਧੇਰੇ ਸਮਰਥਨ ਮਿਲਿਆ। ਬੁਰਕਾ ਬੈਨ ਹੋਣ ਨੂੰ ਸਮਰਥਕਾਂ ਨੇ ਕੱਟੜਪੰਥੀ ਇਸਲਾਮ ਦੇ ਖਿਲਾਫ ਇੱਕ ਵੱਡਾ ਕਦਮ ਦੱਸਿਆ। ਇਸ ਦੇ ਨਾਲ ਹੀ ਇਸ ਦਾ ਵਿਰੋਧ ਕਰਨ ਵਾਲਿਆਂ ਨੇ ਇਸ ਨੂੰ ਨਸਲਵਾਦੀ ਅਤੇ ਲਿੰਗਵਾਦੀ ਕਿਹਾ। ਦੱਸਦੀ ਹੈ ਕਿ VOTING ਦੇ ਅਧਿਕਾਰਤ ਨਤੀਜਿਆਂ ਵਿੱਚ 51.21% ਵੋਟਰ ਅਤੇ ਸੰਘੀ ਸਵਿਟਜ਼ਰਲੈਂਡ ਵਿੱਚ ਬਹੁਤੇ ਕੈਨੇਡੀਅਨ ਰਾਜਾਂ ਨੇ ਇਸ ਪਾਬੰਦੀ ਦਾ ਸਮਰਥਨ ਕੀਤਾ। ਲਗਭਗ 1,04,26,992 ਵੋਟਰ ਪਾਬੰਦੀ ਦੇ ਸਮਰਥਨ ਵਿੱਚ ਸੀ, ਜਦਕਿ 1,03,59,621 ਯਾਨੀ ਕਿ 50.8% ਇਸ ਦੇ ਵਿਰੁੱਧ ਸਨ। ਕਥਿਤ ਤੌਰ ਤੇ ਐਂਟੀ ਬੁਰਕਾ ਪਾਬੰਦੀ ਤੇ VOTING ਸਵਿਟਜ਼ਰਲੈਂਡ ਵਿੱਚ ਹੋ ਰਹੀ ਹੈ, ਜਦੋਂ ਕਿ ਕਈ ਯੂਰੋਪੀਅਨ ਦੇਸ਼ਾਂ ਅਤੇ ਮੁਸਲਿਮ ਬਹੁਗਿਣਤੀ ਦੇਸ਼ਾਂ ਵਿੱਚ ਬੁਰਕੇ ਤੇ ਪਾਬੰਦੀ ਲਗਾਈ ਹੋਈ ਹੈ। ਹਾਲਾਂਕਿ ਸਵਿਟਜ਼ਰਲੈਂਡ ਵਿੱਚ ਬੁਰਕਾ ਬਹੁਤਾ ਆਮ ਨਹੀਂ ਹੈ, ਫਿਰ ਵੀ ਇੱਥੇ ਇਹ VOTING ਹੋਈ, ਜਿਸ ਪਾਬੰਦੀ ਦਾ ਮਤਲਬ ਹੈ ਕਿ ਹੁਣ ਕੋਈ ਵੀ ਆਪਣਾ ਪੂਰਾ ਚਿਹਰਾ ਜਨਤਕ ਥਾਵਾਂ ਤੇ ਢੱਕ ਨਹੀਂ ਸਕੇਗਾ। ਹਾਲਾਂਕਿ ਕੁਝ ਅਪਵਾਦ ਰੱਖੇ ਗਏ ਨੇ, ਜਿਸ ਦੇ ਤਹਿਤ ਲੋਕ ਧਾਰਮਿਕ ਸਥਾਨਾਂ, ਸਿਹਤ ਅਤੇ ਸੁਰੱਖਿਆ ਲਈ ਆਪਣਾ ਚਿਹਰਾ ਢੱਕ ਸਕਦੇ ਨੇ। ਇਹ VOTING ਅਜਿਹੇ ਸਮੇਂ ਹੋ ਰਹੀ ਹੈ ਜਦੋਂ ਕਰੋਨਾ ਵਾਇਰਸ ਕਾਰਨ ਦੁਕਾਨਾਂ ਅਤੇ ਜਨਤਕ ਆਵਾਜਾਈ ਵਿੱਚ ਫੇਸ ਮਾਸਕ ਲਾਜ਼ਮੀ ਹਨ। ਸਵਿਟਜ਼ਰਲੈਂਡ ਵਿੱਚ ਮੁਸਲਮਾਨਾਂ ਦੀ ਕੇਂਦਰੀ ਕੌਂਸਲ ਨੇ ਕਿਹਾ, ਅੱਜ ਦਾ ਫੈਸਲਾ ਪੁਰਾਣੇ ਜ਼ਖਮ ਖੋਲ੍ਹਦਾ ਹੈ, ਕਾਨੂੰਨੀ ਅਸਮਾਨਤਾ ਦੇ ਸਿਧਾਂਤ ਦਾ ਹੋਰ ਵਿਸਥਾਰ ਕਰਦਾ ਹੈ ਅਤੇ ਮੁਸਲਿਮ ਘੱਟ ਗਿਣਤੀਆਂ ਨੂੰ ਬਾਹਰ ਕੱਢਣ ਦੇ ਸਪਸ਼ਟ ਸੰਕੇਤ ਭੇਜਦਾ ਹੈ। ਉਹਨਾਂ ਸਵਿਸ ਵਿੱਚ ਜਿਨ੍ਹਾਂ ਬੀਬੀਆਂ ਨੂੰ ਬੁਰਕਾ ਪਹਿਨਣ ਦੀ ਜੁਰਮਾਨੇ ਹੋਏ, ਉਹਨਾਂ ਦੀ ਕਾਨੂੰਨੀ ਲੜਾਈ ਲੜਨ ਲਈ ਵੀ ਵਾਅਦਾ ਕੀਤਾ। ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਦੇ ਉਪਨਗਰੀ ਇਲਾਕੇ ਵਿੱਚ ਸਥਿਤ ਫਲੈਟ ਵਿੱਚ ਪਿਛਲੇ ਦਿਨ ਇੱਕ ਗੱਡੀ 'ਚੋਂ ਝੁਲਸੀ ਹੋਈ ਲਾਸ਼ ਸਨਾਖਤ ਪੰਜਾਬ ਦੇ ਸੰਗਰੂਰ ਨਾਲ ਸੰਬੰਧਿਤ 26 ਸਾਲਾ ਕੁਨਾਲ ਖੇੜਾ ਵਜੋਂ ਹੋਈ ਹੈ। ਉਹ ਕੁਝ ਸਾਲ ਪਹਿਲਾਂ ਨਿਊਜ਼ੀਲੈਂਡ ਪੜ੍ਹਾਈ ਕਰਨ ਗਿਆ। ਮਨਕਾਊ ਪੁਲਿਸ ਅਨੁਸਾਰ ਮ੍ਰਿਤਕ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਤੇ ਪਰਿਵਾਰ ਦੀ ਹਰ ਤਰ੍ਹਾਂ ਮਦਦ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮੌਤ ਪਿਛਲੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਲਾਸ਼ ਸ਼ਨੀਚਰਵਾਰ ਸ਼ਾਮ ਸਿਲਵਰ ਮਾਜ਼ਦਾ ਗੱਡੀ 'ਚੋਂ ਚਾਪਲ ਰੋਡ ਤੇ ਪਾਰਕ ਵਿੱਚ ਮਿਲੀ। ਫੋਰੈਂਸਿਕ ਟੀਮ ਨੇ ਘਟਨਾ ਸਥਾਨ ਤੋਂ ਸੈਂਪਲ ਲਏ ਹਨ। ਕੁਨਾਲ 4-5 ਸਾਲ ਪਹਿਲਾਂ ਪੜ੍ਹਾਈ ਕਰਨ ਨਿਊਜ਼ੀਲੈਂਡ ਆਇਆ ਸੀ। ਉਸਦੇ ਪਰਿਵਾਰ ਦੀ ਸੰਗਰੂਰ ਸ਼ਹਿਰ ਵਿੱਚ ਮੈਡੀਕਲ ਲੈਬੋਰੇਟਰੀ ਹੈ। ਕਈ ਸਾਲ ਬੀਤਣ ਦੇ ਬਾਵਜੂਦ ਨਿਊਜ਼ੀਲੈਂਡ ਵਿੱਚ ਪੱਕੀ ਰਿਹਾਇਸ਼ ਨਾ ਮਿਲਣ ਕਰਕੇ ਹੁਣ ਉਹ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਹੈ। ਕੁਨਾਲ ਨਾਲ ਕੰਮ ਕਰਦੇ ਰਹੇ 26 ਸਾਲਾ ਕੰਵਰਪਾਲ ਸਿੰਘ ਨੇ ਦੱਸਿਆ ਕਿ ਉਹ ਬਹੁਤ ਖੁੱਲੇ ਸੁਭਾਅ ਦਾ ਨੌਜਵਾਨ ਕ੍ਰਾਈਸਟਚਰਚ ਏਅਰਪੋਰਟ ਤੇ ਕੰਮ ਕਰ ਰਿਹਾ ਸੀ ਤੇ ਉਸ ਕੋਲ ਵਰਕ ਵੀਜ਼ਾ ਸੀ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨੂ ਦਿਓ ਆ ਗਿਆ। ਦੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ।